सतनाम वाहिगुरु साहिब जीओ। मरण मुनसा सूर्या हक है, जो होए मरण परवाणो। सूरे से आगे आखिए, दरगह पावे साची माणो। दरगह मान पावे पत स्यों जावे, आगे दुख न लागे। कर एक ध्यावे तां फल पावे, जित सेवै भउ भागै। ऊँचा नहीं कहना मन में रहना, आपे जाने जानो। मरण मुनसा सूर्या हक है, जो होए मरै परवाणो। मरण मुनसा सूर्या हक है, जो होए मरै परवाणो। वाहिगुरु जी का खालसा, वाहिगुरु जी की फतेह। जुगो जुग अटल। चवर छत्र तख्त दे मालक धन धन सतगुरु श्री गुरु ग्रंथ साहिब महाराज जी की पावन पवित्र मुकदस गोद अंदर ढलदी हुई शाम गुरु दरबार सजिया। नितनेम की बाणी रहरास साहिब जी का पाठ आप जी ने सरवण किया है। सतगुरु की अपार बख्शिश सदका लड़ीवार गुरशब्द विचार इस पावन पवित्र अस्थान ते चल रही है। उस मकामी बोलों की विचार धन गुरु नानक पातशाह जी आप ही कृपा करके सीस ते मेर प्रयात रख के करवा लैन। सो ये वक्त शब्द विचार दा है। आओ जिन्ने क साध संगत गुरु दरबार में जुड़ बैठे हो, सतगुरु दी इस पावन पवित्र बाणी तो पहला रसना पवित्र करिए जी। सारे आखो वाहिगुरु 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 वाहिगुरु। सतगुरु गुरु नानक पातशाह जी इस दूसरे शब्द के तीसरे पद विच तीसरी लाइन इत्थों आरंभ करनी है। मरण न मंदा लोका आखिए, जो ऐसा मरण होए जिहड़ा परवान हो जाए। फिर वो परवान केड़ा? गुरु दे दर ते मरना, जिन्हां दा जीवन परवान है। साहिब कहते जीवत पेखे जिन्नी हर हर ध्याया। कहते मैं उन्होंने जीवदे वेखदा, वो जीवदे ने जिन्हों जिहड़े हरी हरी ध्याउंदे ने रब नूं। जिमें असी मरण की एग्जाम्पल दित्तियां पिछले
ਟਾਈਮ ਦੇ ਵਿੱਚ, ਕੱਲ੍ਹ ਰੋਜ਼ ਵੀ ਜਿਵੇਂ ਮਰਨਾ ਉਹਨਾਂ ਦਾ ਪ੍ਰਵਾਨ ਜਿਨ੍ਹਾਂ ਦੇ ਜੀਵਨ ਦੇ ਵਿੱਚ ਹੀ ਮਰਨ ਪ੍ਰਵਾਨ ਕਰ ਲਿਆ। ਫਿਰ ਮਰਨ ਦੇ ਕਈ ਵੱਖਰੇ ਵੱਖਰੇ ਮਨ ਕਰਕੇ ਮੌਤ, ਜ਼ਮੀਰ ਦੀ ਮੌਤ, ਮਨ ਦਾ ਮਰਨਾ, ਫੁਰਨਿਆਂ ਦਾ ਮਰਨਾ, ਸਰੀਰ ਦਾ ਮਰਨਾ। ਇਸੇ ਤਰ੍ਹਾਂ ਜੀਵਨ ਵੀ ਹੈ। ਜੀਵਣਾ ਕੀ ਹੈ? ਜੇ ਮਹਾਰਾਜ ਕਹਿੰਦੇ ਇਹ ਕੰਮ ਨਹੀਂ ਕਰਦਾ ਤੂੰ ਜਿਉਂਦਾ ਨਹੀਂ ਹੈ। ਜਿਵੇਂ ਇੱਕ ਬਾਣੀ ਦੀ ਪੰਕਤੀ ਆਉਂਦੀ ਹੈ, ਦੇਖੋ ਮੈਂ ਕਿਹਾ ਸੀ ਵੀ ਆਏ ਹਾਂ ਸਾਰੇ ਅਤੇ ਜਾਣਾ ਵੀ ਸਾਰੇ। ਰਾਤ ਮੈਂ ਇੱਥੇ ਸਮਾਪਤੀ ਕੀਤੀ ਸੀ। ਆਏ ਤਾਂ ਸਾਰੇ ਨੇ, ਜਿਹਾ ਚਿਰੀ ਲਿਖਿਆ ਤੇਹਾ ਹੁਕਮ ਕਮਾਏ, ਘੱਲੇ ਆਵੇ, ਘੱਲੇ ਹੋਏ ਆਏ ਨੇ। ਦੂਸਰੇ ਪਾਸੇ ਉਹ ਆਏ ਨੇ ਜਿਨ੍ਹਾਂ ਨੂੰ ਮਹਾਰਾਜ ਕਹਿੰਦੇ ਜਨਮ ਮਰਨ ਦੋਹੂ ਮੈਂ, ਉਹ ਦੋਨਾਂ 'ਚ ਹੀ ਨਹੀਂ ਆਉਂਦੇ। ਇਟ ਮੀਨਜ਼ ਉਹਨਾਂ ਦਾ ਜਨਮ ਮਰਨ ਕੋਈ ਐਜ਼ ਏ ਉਹਨਾਂ ਦੇ ਕਰਮਾਂ ਅਨੁਸਾਰ ਨਹੀਂ ਹੈ, ਕਰਮਾਂ ਦੇ ਨਾਲ ਨਹੀਂ ਆਏ ਵੀ ਹਾਂ ਤੇਰੇ ਕਰਮ ਰਹਿੰਦੇ ਨੇ ਤੂੰ ਭੋਗਣੇ, ਨਹੀਂ। ਜਨਮ ਮਰਨ ਦੋਹੂ ਮੈਂ, ਨਾ ਹੀ ਦੋਨਾਂ 'ਚੋਂ ਹੀ, ਨਾ ਇਸ ਕਰਕੇ ਵੀ ਕੋਈ ਜਨਮ ਸੀ, ਨਾ ਇਸ ਕਰਕੇ ਕਿ ਉਹਨਾਂ ਦਾ ਮਰਨ ਸੀ। ਨੋ, ਜਨ ਪਰਉਪਕਾਰੀ ਆਏ, ਉਹ ਤਾਂ ਪਰਉਪਕਾਰ ਲਈ ਆਉਂਦੇ ਨੇ। ਸੰਸਾਰ 'ਤੇ ਪਰਉਪਕਾਰ ਕਰਨਾ ਹੁੰਦਾ। ਜਿਹੜੇ ਜੋ ਅਸੀਂ ਜਾਣਿਆ, ਜੋ ਸਾਨੂੰ ਸਮਝ ਪਈ, ਜੋ ਸਾਨੂੰ ਸੋਝੀ ਪਈ, ਉਹ ਦੁਨੀਆ ਨੂੰ ਦੱਸ ਸਕੀਏ। ਇਹ ਪਰਉਪਕਾਰ ਹੈ। ਦਇਆ ਜਾਣੇ ਜੀ ਕੀ, ਜੀ 'ਤੇ ਦਇਆ ਕਿਹੜੀ ਕਰਦਾ ਬੰਦਾ? ਜੀਆਂ 'ਤੇ ਨਹੀਂ, ਜੀ ਆਤਮਾ 'ਤੇ। ਉਹ ਦਇਆ ਇੱਕੋ ਹੀ ਹੈ, ਉਹ ਨਾਮ ਦਾ, ਪਰਮੇਸ਼ਰ ਦਾ ਨਾਮ ਹੈ। ਕੋਈ ਜਪਣ ਲਾਦਾ ਹੈ, ਕੋਈ ਉਹਦੇ ਬਾਰੇ ਪ੍ਰੇਰਦਾ ਹੈ, ਕੋਈ ਉਹਦੇ ਨਾਲ ਜੋੜਦਾ ਹੈ। ਇਹ ਸਾਰੀ ਬਾਤ। ਹੁਣ ਮਹਾਰਾਜ ਕਹਿੰਦੇ ਆਏ ਉਹ ਵੀ ਨੇ, ਪਰ ਉਹ ਪਰਉਪਕਾਰ ਲਈ ਆਏ ਸੀ। ਆਏ ਉਹ ਵੀ ਨੇ ਜਿਹੜੇ ਕਾਹਦੇ ਵਾਸਤੇ? ਆਪੋ ਆਪਣੀ ਕਰਮਾਂ ਦੇ ਲਈ। ਸਾਰੇ ਆਪੋ ਆਪਣੇ ਕਰਮਾਂ ਅਨੁਸਾਰ ਆਏ ਨੇ। ਜਿਹਾ ਚੀਰੀ ਲਿਖਿਆ, ਚੀਰੀ ਦਾ ਮਤਲਬ ਵੈਸੇ ਚਿੱਠੀ ਕਹਿੰਦੇ ਨੇ, ਚੀਰੀ ਦਾ, ਪਰ ਆਪਾਂ ਚਿਰ ਸ਼ਬਦ ਵਰਤਦੇ ਹਾਂ। ਚਿਰ ਦਾ ਮਤਲਬ ਹੁੰਦਾ ਹੈ ਸਮਾਂ, ਵੀ ਕਿੰਨਾ ਚਿਰ ਹੋ ਗਿਆ ਤੂੰ ਆਇਆ ਨਹੀਂ। ਉਹ ਚਿਰ ਕੀ ਆ? ਠੇਠ ਪੰਜਾਬੀ ਹੈ। ਆਪਾਂ ਇਹ ਨਹੀਂ ਕਹਿੰਦੇ ਕਿੰਨਾ ਟਾਈਮ ਹੋ ਗਿਆ, ਬਹੁਤ ਕਹਿੰਦੇ ਵੀ ਨਹੀਂ ਕਿੰਨਾ ਟਾਈਮ ਹੋ ਗਿਆ ਤੂੰ ਮਿਲਿਆ ਹੀ ਨਹੀਂ। ਕਈ ਠੇਠ ਬੋਲਣਗੇ ਕਿੰਨਾ ਚਿਰ ਹੋ ਗਿਆ। ਉਹ ਚਿਰ ਸ਼ਬਦ ਚਿਰੀ ਹੈ। ਜਿਹਾ ਚਿਰੀ, ਜਿਹਾ ਪਿਛਲੇ ਸਮੇਂ ਤੋਂ ਲੈ ਕੇ ਚਿਰ ਦੇ ਵਿੱਚ, ਸਮੇਂ ਦੇ ਵਿੱਚ ਤੂੰ ਚੱਲਦਾ ਆ ਰਿਹਾ ਨਾ। ਲਿਖਿਆ, ਲਿਖਿਆ ਕਿਹਨੇ ਆ? ਰੱਬ ਨੇ ਨਹੀਂ ਲਿਖਿਆ, ਤੂੰ ਆਪ ਲਿਖਿਆ ਹੈ। ਰੱਬ ਨੇ ਨਹੀਂ ਲਿਖਿਆ। ਹਰ ਕੁਝ ਅਸੀਂ ਲਿਖਦੇ ਹਾਂ। ਜਿਹਾ ਚੀਰੀ ਲਿਖਿਆ ਤੇਹਾ ਹੁਕਮ ਕਮਾਏ, ਉਹਨੂੰ ਕਮਾਉਣ ਵਾਸਤੇ ਆਰਡਰ, ਹੁਕਮ ਪਰਮੇਸ਼ਰ ਦੇ ਰਜ਼ਾ ਦੇ ਵਿੱਚ ਅਸੀਂ ਆ ਗਏ। ਤੇਹਾ ਹੁਕਮ ਕਮਾਏ, ਪਰ ਕੱਲੇ ਕਹਿੰਦਾ ਜਾ ਤੈਨੂੰ ਕੰਮ ਕਰਨਾ ਹੀ ਪੈਣਾ। ਗੋ, ਇਹ ਵੀ ਚੇਤਾ ਰੱਖੀ, ਇੰਨੇ ਟਾਈਮ ਇੰਨਾ ਹੀ ਹੈ ਤੇਰਾ, ਲਿਮਟ ਇੰਨੀ ਹੈ ਬਸ। ਦੋ ਚੀਜ਼ਾਂ ਹੁੰਦੀਆਂ ਨੇ। ਇੱਕ ਮੈਂ ਛੋਟੀ ਜਿਹੀ ਬੇਨਤੀ ਕਰਾਂ, ਤੁਸੀਂ ਹੈਰਾਨ ਹੋਗੇ, ਮਨੁੱਖ ਨੇ ਸਾਰਾ ਕੁਝ ਕੀਤਾ, ਦੋ ਚੀਜ਼ਾਂ ਤੋਂ ਮਨੁੱਖ ਨੇ ਨਾ ਬੜੀ ਦੌੜ ਲਾਈ ਹੈ। ਦੋ ਚੀਜ਼ਾਂ ਨੇ। ਇੱਕ ਤਾਂ ਇਹ ਕਿ ਮਨੁੱਖ ਚਾਹੁੰਦਾ ਹੈ, ਜਿਵੇਂ ਆਪਾਂ ਕੱਲ੍ਹ ਕਿਹਾ ਸੀ, ਦਰਗਾਹ ਦੇ ਵਿੱਚ ਜਾਣ ਦੀ ਗੱਲ, ਉੱਥੇ ਮਾਣ ਦੀ ਗੱਲ, ਉੱਥੇ ਸਤਿਕਾਰ ਦੀ ਗੱਲ, ਉਹਨੂੰ ਸੱਚਖੰਡ ਕਹਿ ਲਓ, ਦਰਗਾਹ ਕਹਿ ਲਓ, ਉਹਨੂੰ ਬੈਕੁੰਠ ਕਹਿ ਲਓ। ਇਹ ਵੱਖਰੀ ਗੱਲ ਆ, ਬਾਣੀ ਨੇ ਕਿਸ ਰੂਪ ਵਿੱਚ ਬਿਆਨ ਕੀਤਾ ਮੈਂ ਫਿਰ ਕਰਾਂਗਾ। ਹੁਣ ਮਹਾਰਾਜ ਕਹਿੰਦੇ ਜਿਹੜਾ ਉੱਥੇ ਜਾਏਗਾ ਉਸ ਜਗ੍ਹਾ 'ਤੇ ਜਾਣ ਵਾਲਾ। ਸਾਡੀ ਦੌੜ ਇਹ ਹੁੰਦੀ ਹੈ ਵੀ ਜਿੰਨਾ ਮਰਜ਼ੀ ਜ਼ੋਰ ਲੱਗ ਜਾਏ ਵੱਧ ਤੋਂ ਵੱਧ, ਜਿਹੜਾ ਸਰੀਰ ਹੈ ਇਹ ਸ਼ਮਸ਼ਾਨ ਤੱਕ ਨਹੀਂ ਜਾਣਾ ਚਾਹੀਦਾ। ਇਹੀ ਜ਼ੋਰ ਹੁੰਦਾ, ਕਿਵੇਂ ਨਾ ਕਿਵੇਂ ਰੋਕਿਆ ਜਾਏ, ਕਿਵੇਂ ਨਾ ਕਿਵੇਂ ਬਸ। ਦੂਸਰਾ, ਮਨ ਨਿਰੰਕਾਰ ਤੱਕ ਨਹੀਂ ਜਾਣਾ ਚਾਹੀਦਾ। ਜੇ ਕਿਤੇ ਸਮਝ ਪੈ ਜਾਏ ਮਨ ਨਿਰੰਕਾਰ ਤੱਕ ਮਨ ਨਹੀਂ ਜਾਣਾ ਸੀ। ਔਰ ਤੁਸੀਂ ਹੈਰਾਨ ਹੋ ਕਿ ਮੈਂ ਕੱਲ੍ਹ ਵੀ ਕਹਿ ਰਿਹਾ ਸੀ, ਬਜ਼ੁਰਗ ਸਾਡਾ ਸਰੀਰ ਹੀ ਹੈ, ਮਨ ਬਜ਼ੁਰਗ ਨਹੀਂ ਹੁੰਦਾ। ਜੇ ਬਜ਼ੁਰਗ ਹੋ ਜਾਏ, ਥੱਕ ਜਾਏ, ਮੈਂ ਤਾਂ ਬਜ਼ੁਰਗ ਹੋ ਗਿਆ, ਥੱਕ। ਜੇ ਬਜ਼ੁਰਗ ਹੋ ਜਾਏ, ਮਨ ਮਰ ਜਾਏ,
क्योंकि ना ये देखो ना, तुसी इमेज करो भी जद तुसी मैं भी विच 7 साल दे सी सपोज करो 10 साल दे सी, ਜਿਹੜਾ ਮਨ ਤੁਹਾਡੇ ਵਿੱਚ ਉਦੋਂ ਸੀ ਉਹੀ ਮਨ ਹੋਣਾ ਹੈ ਨਾ, ਜਾਂ ਫਿਰ ਮਨ ਵੱਡਾ ਹੋ ਗਿਆ, ਸਰੀਰ ਵੱਡਾ ਹੋਇਆ, ਸਰੀਰ ਚੇਂਜ ਹੋਇਆ, ਸਰੀਰ ਬਦਲਦਾ ਰਿਹਾ, ਕਦੇ ਨੌਜਵਾਨ ਹੋ ਗਿਆ, ਕਦੇ ਕਾਲੇ ਆ ਗਏ, ਕਦੇ ਚਿੱਟੇ ਆ ਗਏ, ਸਰੀਰ ਚੇਂਜ ਹੋ ਰਿਹਾ, ਮਾਈਂਡ ਮਨ। ਹੁਣ ਇਹਨੇ ਤਾਂ ਨਿਰੰਕਾਰ ਤੱਕ ਜਾਣਾ ਸੀ। ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਹੋ ਕਹਿਣ ਪਛਾਣ। ਕਿਵੇਂ ਪਛਾਣੇਗਾ? ਪਛਾਣਨ ਵਾਸਤੇ ਆਈ ਸੀ ਨਾ, ਜਾਂ ਬੂਝ ਹੋਵੇ ਜਾਂ ਸੂਝ ਹੋਵੇ ਜਾਂ ਸਮਝ ਹੋਵੇ ਫੇਰ ਹੀ ਆ। ਨਹੀਂ ਉਹ ਪਛਾਣਿਆ ਨਹੀਂ, ਉਸ ਪਾਸੇ ਤੱਕ ਗਿਆ ਹੀ ਨਹੀਂ। ਹੁੰਦਾ ਕੀ ਹੈ? ਅੰਤ ਸਰੀਰ ਜਿਹੜਾ ਹੈ, ਸਰੀਰ ਇਨ ਟਾਈਮ ਪੀਰੀਅਡ ਵਿੱਚ ਕੀ ਹੁੰਦਾ ਹੈ? ਇਹ ਬਜ਼ੁਰਗ ਹੋਣਾ ਸ਼ੁਰੂ ਹੋ ਜਾਂਦਾ ਹੈ, ਜ਼ਰ ਹੋਣਾ ਸ਼ੁਰੂ ਹੋ ਜਾਂਦਾ ਹੈ, ਖਤਮ ਹੋਣਾ ਸ਼ੁਰੂ ਹੋ ਜਾਂਦਾ ਹੈ। ਇਹਦੀ ਟਾਈਮ ਇਹਦੇ 'ਤੇ ਨਾ ਜਬ ਲਗ ਰੋਗ ਜਰਾ ਨਹੀਂ ਆਇਆ, ਜਬ ਲਗ ਕਾਲ ਗ੍ਰਸੀ। ਕਾਲ ਕੀ ਹੈ? ਸਮਾਂ। ਦੇਖੋ ਨਾ, ਸਮੇਂ ਦਾ ਪ੍ਰਭਾਵ ਹੈ। ਵੀ ਮੈਂ ਕਹਾਂ ਜੀ 80 ਕੁ ਸਾਲ ਦੇ ਬਜ਼ੁਰਗ ਨੇ, ਵੀ ਦਾੜੀ ਐਨ ਕਾਲੀ ਪਈ ਹੈ, ਅੱਧੇ ਜੀ ਮਨ ਚਾਹੀ ਵੀ ਹਾਂ ਬਾਜ਼ਾਰੋਂ ਲਿਆ ਕੇ ਕੀਤੀ ਹੋਣੀ ਉਹ। ਮੈਂ ਮਾਫੀ ਚਾਹਾਂਗਾ, ਮੇਰਾ ਕਹਿਣ ਦਾ ਮਤਲਬ ਕੀ ਹੈ ਵੀ ਉੱਥੇ ਤੁਸੀਂ ਸ਼ੋਰ ਨਹੀਂ ਕਰ ਸਕਦੇ। ਉਹ ਸਮੇਂ ਦਾ ਪੀਰੀਅਡ ਹੈ ਵੀ ਭਾਈ ਜਦੋਂ ਬੰਦਾ 50 ਤੋਂ ਉੱਪਰ, ਬਾਣੀ ਨੇ ਕਹਿ ਦਿੱਤਾ 17 ਕਾ ਮਤਹੀਣ, 17 ਸਾਲ ਦਾ ਹੋ ਗਿਆ, ਮੱਤ ਤੋਂ ਹੀਣਾ ਹੁੰਦਾ ਜਾਂਦਾ ਹੈ। 60 ਕਾ ਬੁਢੇਪਾ ਆਵੇ, ਉਹਨੂੰ ਬੁਢੇਪੇ ਦਾ ਦਰਜਾ 60 ਸਾਲ ਹੋਏ ਬੁਢੇਪਾ ਹੀ ਜਾਣਾ। 60 ਸਾਲ ਤੋਂ ਬਾਅਦ ਜੋ ਮਰਜ਼ੀ ਕਰੀ ਜਾ, ਬੁਢੇਪਾ ਹੈ। ਬਾਣੀ ਕਹਿੰਦੀ ਹੈ। ਇਟ ਮੀਨਜ਼ ਮੈਂ ਬੇਨਤੀ ਕਰ ਰਿਹਾ ਵੀ ਟਾਈਮ ਜਿਹੜਾ ਹੈ ਬੋਡੀ ਨੂੰ, ਸਰੀਰ ਨੂੰ, ਜ਼ਰ ਇਹਨੂੰ ਖਤਮ ਕਰਦਾ ਹੈ, ਪਰ ਸਮਾਂ ਜਿਹੜਾ ਹੈ ਮਨ ਨੂੰ ਖਤਮ ਨਹੀਂ ਕਰਦਾ। ਉਹ ਕਿਹੜਾ ਮਨ ਨੂੰ ਖਤਮ ਕਰਦਾ? ਉਹ ਆ ਜਿਹੜਾ ਤੁਸੀਂ ਕਰ ਰਹੇ ਹੋ ਸੰਗਤ, ਇਹ ਮਨ ਨੂੰ ਚੇਂਜ ਕਰਦਾ। ਇੱਕ ਮੈਂ ਬੇਨਤੀ ਕਰ, ਖੁਰ ਸ਼ਬਦ ਹੈ, ਬਾਣੀ ਕਹਿੰਦੀ ਹੈ ਆਵਣ ਆਏ, ਆਵਣ ਆਏ। ਆਵਣ ਵਾਲੇ ਹੀ ਆਏ, ਭੇਜਣ ਵਾਲੇ ਨੇ ਭੇਜ ਦਿੱਤੇ, ਆਵਣ ਵਾਲੇ ਆਏ। ਆਵਣ ਆਏ ਸ੍ਰਿਸ਼ਟ ਮੈਂ, ਜਦੋਂ ਅਸੀਂ ਆਪਣਾ ਸਰੀਰ ਲੈ ਕੇ ਸ੍ਰਿਸ਼ਟੀ 'ਤੇ ਆਏ ਸੀ, ਫਿਰ ਕੀ ਹੋਇਆ? ਆ ਗਏ, ਚੱਲੇ ਜਾ ਰਹੇ। ਪਰ ਬਾਬਾ ਕਹਿੰਦਾ ਬਿਨ ਬੂਝੇ, ਆਹ ਮੇਨ ਗੱਲ ਹੈ, ਬਿਨ ਬੁੱਝੇ। ਜੇ ਨਹੀਂ ਬੁੱਝਿਆ ਫਿਰ ਪਸ਼ੂ ਢੋਰ, ਸਪੋਜ਼ ਲਾਈਕ ਐਨੀਮਲਸ, ਪਸ਼ੂਆਂ ਵਰਗਿਆ। ਢੋਰ ਉਹ ਵੀ ਮਰੇ ਹੋਏ। ਮੈਂ ਨਹੀਂ ਕਹਿ ਰਿਹਾ, ਮਾਫੀ ਚਾਹਾਂਗਾ, ਗੁਰਬਾਣੀ ਦੀ ਪੰਕਤੀ ਕਹਿ ਰਹੀ ਹੈ ਆਉਣ ਵਾਸਤੇ ਤਾਂ ਸ੍ਰਿਸ਼ਟੀ ਵਿੱਚ ਆਏ, ਸ੍ਰਿਸ਼ਟੀ ਵਿੱਚ ਜੀਵਨ ਬਤੀਤ ਕਰ ਰਹੇ ਆ, ਪਰ ਬਿਨ ਬੁੱਝੇ। ਇਹ ਬੁੱਝਣਾ ਕੀ ਸੀ? ਆਹੀ ਬੁੱਝਣਾ ਹੈ। ਇਹ ਬੁੱਝਣਾ ਹੀ ਸੀ ਵੀ ਹਾਊ ਕੈਨ ਗੋ ਦੈਟ ਸਾਈਡ, ਹਾਊ ਕੈਨ, ਮੈਂ ਪਰਮੇਸ਼ਰ ਤੱਕ ਕਿਵੇਂ ਜਾ ਸਕਦਾ ਹੈ? ਕੌਣ? ਮਨ। ਸਰੀਰ ਦੇਖ ਕੇ ਤਾਂ ਸਾਰੇ ਕਹਿੰਦੇ ਨੇ ਅਸੀਂ ਤੁਰਿਆ, ਲੈ ਤਾਂ ਖੱਚਰ ਖੜੀ ਹੈ, ਇਹ ਤਾਂ ਕੁੱਤਾ ਖੜਾ, ਕਹਿੰਦੇ ਆ ਕਿ ਨਹੀਂ? ਸਰੀਰ ਦੇਖ ਕੇ। ਪਰ ਬੰਦਾ ਤੇ, ਅਸੀਂ ਤਾਂ ਬੰਦੇ ਖੜੇ ਨੇ ਜੀ, ਕੋਈ ਐ ਥੋੜ੍ਹੀ ਕਹਿੰਦਾ। ਸਰੀਰ ਦੇਖ ਕੇ ਕਹਿੰਦੇ, ਸਰੀਰ ਦਾ ਹੈ। ਆਵਣ ਆਏ ਸ੍ਰਿਸ਼ਟ ਮੈਂ, ਪਰ ਬੁੱਝਿਆ ਕੁਝ ਨਹੀਂ ਹੈਗਾ ਬਸ। ਇੱਕ ਬਾਣੀ ਦੀ ਹੋਰ ਪੰਕਤੀ ਹੈ, ਮਹਾਰਾਜ ਕਹਿੰਦੇ ਨਾਨਕ ਸੇ ਨਰ ਉਹ ਬੰਦੇ, ਨਾਨਕ ਸੇ ਨਰ ਅਸਲ ਖਰ, ਅਸਲੀ ਦੇ ਖਰ। ਖਰ ਪਤਾ ਕੀ ਕਹਿੰਦੇ? ਖੱਚਰ ਨੂੰ, ਖੋਤੇ ਨੂੰ ਕਹਿੰਦੇ, ਉਹ ਅਸਲ ਖਰ ਨੇ। ਬਿਨ ਗੁਰ ਵਾਹਿਗੁਰੂ, ਬਿਨ ਗੁਣ ਗਰਭ ਕਰੰਤ, ਕੋਈ ਗੁਣ ਹੈ ਨਹੀਂ, ਐਵੇਂ ਹੰਕਾਰੀ ਹੋਏ ਫਿਰਦੇ ਨੇ, ਅਸਲੀ ਖੋਤੇ ਨੇ। ਸਮਝਣਾ ਕੀ ਸੀ? ਅਸਲੀਅਤ ਕੀ ਸੀ? ਕਹਿੰਦੇ ਜਦ ਤੂੰ ਬੁੱਝੇ ਹੀ ਨਹੀਂ, ਸਮਝਿਆ ਨਹੀਂ। ਸਮਝਣਾ ਇਹ ਸੀ ਵੀ ਮੈਨੂੰ ਬੋਡੀ ਮਿਲੀ ਹੈ, ਵਹੀਕਲ ਮਿਲ ਗਿਆ ਚਲਾਉਣ ਵਾਸਤੇ, ਆਹ ਸਰੀਰ ਕਾਹਦੇ ਵਾਸਤੇ? ਮੇਰੀ ਯਾਤਰਾ ਹੈ ਨਿਰੰਕਾਰ ਤੱਕ, ਨਿਰੰਕਾਰ ਤੱਕ। ਇੱਕ ਹੋਰ ਦੇਖੋ, ਨਿਰਾਕਾਰ ਕੀ ਹੈ? ਪੜ੍ਹੋ ਪੰਕਤੀ, ਸੱਚਖੰਡ ਵਸੈ, ਬੋਲੋ ਸੱਚਖੰਡ ਵਸੈ ਨਿਰੰਕਾਰ। ਅਸੀਂ ਕਹਿੰਦੇ ਹਾਂ ਵੀ ਕੋਈ ਸੱਚਖੰਡ ਹੈ, ਉੱਥੇ ਨਿਰੰਕਾਰ ਵਸਦਾ ਹੈ।
ਨਿਰੰਕਾਰ ਬਾਣੀ ਨੇ ਕਿਹਾ ਸਰਗੁਣ ਨਿਰਗੁਣ, ਬੋਲੋ ਸਰਗੁਣ ਨਿਰਗੁਣ ਨਿਰੰਕਾਰ। ਸਰਗੁਣ ਸਰੂਪ ਵੀ ਉਹਦਾ, ਨਿਰਗੁਣ ਸਰੂਪ ਵੀ ਉਹਦਾ, ਨਿਰੰਕਾਰ। ਹੁਣ ਨਿਰੰਕਾਰ ਦਾ ਅਰਥ ਬਣਦਾ ਨਿਰਾਕਾਰ। ਨਿਰਾਕਾਰ ਨਹੀਂ, ਨਿਰਆਕਾਰ, ਆਕਾਰ ਤੋਂ ਰਹਿਤ। ਜਿਹੜੀ ਕੋਈ ਵੀ ਸ੍ਰਿਸ਼ਟੀ ਦੀ ਚੀਜ਼ ਆ ਉਹ ਆਕਾਰ ਧਾਰਨ ਕੀਤਾ ਹੋਇਆ। ਭਾਵੇਂ ਸੂਰਜ ਆ ਉਹਦਾ ਆਕਾਰ ਕਿੱਡਾ, ਭਾਵੇਂ ਬਾਲ ਹੈ ਇਹਦਾ ਵੀ ਆਕਾਰ ਹੈ, ਪਰ ਵਾਹਿਗੁਰੂ ਆਕਾਰ ਵਿੱਚ ਨਹੀਂ ਆਉਂਦਾ, ਉਹ ਨਿਰਾਕਾਰ ਹੈ। ਅਤੇ ਜੋ ਨਿਰਾਕਾਰ ਆ ਕਿਸੇ ਆਕਾਰ ਵਿੱਚ ਨਹੀਂ ਆਉਂਦਾ, ਫਿਰ ਸਪੋਜ਼ ਕਰੋ ਫਿਰ ਜਿੱਥੇ ਸੱਚਖੰਡ 'ਚ ਰਹਿੰਦਾ ਹੈ ਕਿ ਉਹ ਆਕਾਰ 'ਚ ਹੋਏਗਾ। ਮੇਰੀ ਸਿਰਫ ਬੇਨਤੀ ਇਹ ਆ ਵੀ ਜਿਹੜੀ ਅਸੀਂ ਕੱਲ੍ਹ ਗੱਲ ਕਹਿ ਰਹੇ ਸੀ ਕਿ ਭਾਈ ਸੂਰੇ ਸੇਈ ਆਗੇ ਆਖੀਐ ਦਰਗਹਿ ਪਾਵੈ ਸਾਚੀ ਮਾਣੋ। ਉਹ ਦਰਗਾਹ 'ਚ ਸੱਚੀ ਦਰਗਾਹ ਦੇ ਵਿੱਚ ਸੱਚਾ ਮਾਣ ਪ੍ਰਾਪਤ ਕਰਦੇ ਨੇ। ਉੱਥੇ ਜਾਣਾ ਕਿਹੜਾ ਹੈ, ਉਹ ਦਰਗਾਹ ਕਿਹੜੀ ਹੈ, ਉਹ ਸੱਚਖੰਡ ਕਿਹੜਾ ਹੈ। ਬਾਣੀ ਨੇ ਐਸਾ ਵੀ ਕਿਹਾ, ਧਿਆਨ ਦਿਓ, ਤਹਾਂ ਬੈਕੁੰਠ ਜਹ ਕੀਰਤਨ ਤੇ। ਬੈਕੁੰਠ ਹੈ ਜਿੱਥੇ ਤੇਰੀ ਕੀਰਤੀ ਹੁੰਦੀ ਹੈ। ਅਸੀਂ ਕਹਾਂ ਜਾ ਕੀ ਕੀਰਤਨ ਸੁਣ ਕੇ ਵੀ ਆਏ, ਮਾਫੀ ਚਾਹਾਂਗਾ, ਕੀਰਤਨ ਕਰਕੇ ਵੀ ਆਏ, ਬੈਕੁੰਠ 'ਚ ਜਾਏ। ਅਤੇ ਬੈਕੁੰਠ 'ਚ ਕੌਣ ਰਹਿੰਦਾ, ਸੱਚਖੰਡ ਵਸਿਆ। ਅਸਲੀਅਤ ਵਿੱਚ ਕੀ ਹੈ, ਗੁਰੂ ਸਾਹਿਬ ਮਹਾਰਾਜ ਕਹਿੰਦੇ ਮਰਨਾ ਜਿਨ੍ਹਾਂ ਦਾ ਪ੍ਰਵਾਨ ਕਿਉਂ ਹੋਇਆ, ਕਿਉਂਕਿ ਉਹਨੇ ਜੀਵਤ ਪ੍ਰਵਾਨ ਕੀਤਾ। ਮਰਨਾ ਕੀ ਸੀ ਫਿਰ, ਮਰਨਾ ਸੀ ਸਾਡੇ ਵਿਕਾਰਾਂ ਦਾ, ਸਾਡੀ ਮੱਤ ਦਾ। ਮਨ ਨੇ ਛੱਡੀ ਹੋਈ ਨਹੀਂ, ਬੁੱਢਾ ਹੋ ਗਿਆ ਫੇਰ ਵੀ ਨਹੀਂ ਛੱਡੀ। ਇੱਕ ਛੋਟੇ ਜਿਹੇ ਬੱਚੇ ਦਾ ਲੋਭ ਕਿੰਨਾ ਹੁੰਦਾ, ਸਪੋਜ਼ ਕਰੋ, ਐਗਜ਼ਾਮਪਲ ਲੈ ਲਓ, ਛੋਟੇ ਬੱਚੇ ਦਾ ਲੋਭ ਕੀ ਹੋ ਗਿਆ, ਵੱਧ ਤੋਂ ਵੱਧ ਕੋਈ ਕਿਸੇ ਛੋਟੀ ਮੋਟੀ ਚੀਜ਼ ਖਾਣ ਵਾਸਤੇ ਲੋਭ ਹੋਏਗਾ, ਉਹਦਾ ਲਾਲਚ ਕਰ। ਇੱਕ ਕੁਲਫੀ ਮਿਲ ਗਈ, ਦੋ ਚਾਹੀਦੀਆਂ ਨੇ, ਕਿੱਡਾ ਕੁ ਲੋਭ ਹੈ। ਇੱਕ ਬਜ਼ੁਰਗ ਦਾ ਕਿੰਨਾ ਕੁ ਲੋਭ ਹੋਏਗਾ, ਫਰਕ ਹੈ ਨਾ। ਬੱਚੇ ਦਾ ਕੀ ਲੋਭ ਆ, ਜਿੱਡਾ ਲੋਭ, ਜਿੱਡਾ ਸਿਆਣਾ ਹੋ ਗਿਆ ਲੋਭ ਉਦੋਂ ਵੱਡਾ ਹੋ ਗਿਆ। ਬੱਚੇ ਨੂੰ ਬਜ਼ੁਰਗ ਨੂੰ ਕਹਿ ਜੀ ਇੱਕ ਕੁਲਫੀ ਮਿਲ ਗਈ, ਇੱਕ ਹੋਰ ਦਿਓ, ਮੈਂ ਕਰਨੀ ਹੈ, ਨਿਆਣਾ ਮੈਂ, ਉਹਦਾ ਲੋਭ ਵੀ ਫਿਰ ਹੋਰ ਤਰ੍ਹਾਂ ਦਾ ਹੋਏਗਾ ਨਾ। ਉਹਦਾ ਲੋਭ ਹਜੇ ਹੈਗਾ, ਹਜੇ ਨਹੀਂ ਮੈਂ ਮਰਨਾ, ਰੰਗ ਕਾਲਾ ਕਰ ਲਈਏ, ਮਾਫੀ ਚਾਹਾਂਗਾ। ਲੋਭ ਹੈ, ਜੀਣ ਦਾ ਲੋਭ ਹੈ, ਲੋਭ ਹੀ ਹੈ। ਤੁਰਿਆ ਨਹੀਂ ਜਾਂਦਾ, ਚਾਰ ਬੰਦੇ ਪਕੜ ਕੇ ਤੋੜਦੇ ਪਏ ਨੇ, ਅਜੇ ਵੀ ਕਹਿੰਦਾ ਮੈਂ ਹਿੰਦੁਸਤਾਨ 'ਤੇ ਰਾਜ ਕਰਨਾ, ਅਜੇ ਵੀ ਚਾਹੁੰਦਾ ਆਹ ਦੁਨੀਆ ਮੇਰੇ ਕਹਿਣੇ 'ਚ ਚੱਲੇ, ਮੇਰਾ ਹੁਕਮ ਚੱਲੇ। ਭਲਿਆ ਤੇਰਾ ਆਪਦਾ ਤਾਂ ਤੁਰਿਆ ਨਹੀਂ ਜਾ ਰਿਹਾ। ਬਟ ਦਿਸ ਲੋਭ, ਗ੍ਰੀਡੀਨੈਸ, ਇਹ ਕੀ ਹੈ, ਜਿੱਡਾ ਬਜ਼ੁਰਗ ਹੈ। ਮੈਂ ਅਕਸਰ ਕਹਿੰਦਾ ਤੁਸੀਂ ਅਮੇਜ਼ ਕਰੋ, 90% ਜਿਹੜੇ ਨੇ ਓਲਡ ਪਰਸਨ ਨੇ ਜਿਹੜੇ ਸਾਡੇ ਰਾਜਨੀਤੀ 'ਚ ਬੈਠੇ ਨੇ। ਕਿਉਂ ਭਲਿਆ, ਹੁਣ ਤਾਂ ਅਸੀਂ ਤਾਂ ਕਹਿ ਦਿੰਦੇ ਜੀ, ਦੇਖੋ ਜੀ 58 ਸਾਲ ਦਾ ਮਾਸਟਰ ਫਰੀ, ਡਾਕਟਰ ਫਰੀ ਕਰ ਦਿਓ ਸਾਰੇ, ਕਿਉਂ ਸਾਨੂੰ ਲੋੜ ਨਹੀਂ ਹੈਗੀ, 58 ਸਾਲ ਪੂਰੇ ਹੋ ਗਏ, ਇਹਨਾਂ ਨੂੰ ਪੈਨਸ਼ਨ ਦਿਓ, ਘਰੇ ਦਿਓ। ਵੀ ਭਾਈ ਤੁਸੀਂ ਐਡਾ ਵੱਡਾ ਮੁਲਕ ਚਲਾਉਣਾ, ਥਿੰਕਿੰਗ ਕਿਹੋ ਜਿਹੀ ਚਾਹੀਦੀ ਆ, ਕੀ ਹੈ, ਕਿਉਂ ਨਹੀਂ ਛੱਡਣਾ ਚਾਹੁੰਦੇ, ਰੀਜ਼ਨ ਕੀ ਹੈ, ਲੋਭ, ਵੱਡਾ ਲੋਭ ਹੈ। ਮਨ ਮਰਦਾ, ਵਾਹਿਗੁਰੂ, ਸਰੀਰ ਮਰਦਾ ਜਾ ਰਿਹਾ, ਸਰੀਰ ਖਤਮ ਹੁੰਦਾ ਜਾ ਰਿਹਾ, ਲੋਭ। ਅਤੇ ਫਿਰ ਲੋਭ ਜੇ ਵੱਧਦਾ ਜਾ ਰਿਹਾ, ਸਰੀਰ ਤਾਂ ਸ਼ਮਸ਼ਾਨ ਵਿੱਚ ਜਾਏਗਾ ਪਰ ਮਨ ਨਿਰੰਕਾਰ 'ਚ ਨਹੀਂ ਜਾਏਗਾ। ਫਿਰ ਉਹ ਕਿੱਥੇ ਜਾਏਗਾ, ਜਿੱਥੇ ਸਰੀਰ ਗਿਆ। ਇਹੀ ਹੈ ਨਾ। ਹੁਣ ਬਾਬਾ ਜੀ ਕਹਿੰਦੇ ਦਰਗਾਹ 'ਚ ਮਾਣ ਮਿਲਦਾ ਹੈ ਕਿਹਨਾਂ ਨੂੰ, ਸੂਰੇ ਸੇਈ ਆਗੇ ਆਖੀਏ ਦਰਗਹਿ ਪਾਵੇ ਸਾਚੀ, ਉਹਨਾਂ ਵਾਸਤੇ ਦਰਗਾਹ ਕਹਿੰਦੀ ਹੈ। ਮੈਂ ਫਿਰ ਬੇਨਤੀ ਕਰਾਂ, ਜਦੋਂ ਪੜ੍ਹਿਆ ਨਾ ਅਸੀਂ ਕਿ ਠੀਕਰ ਫੋਰ ਦਲੀਸਰ ਪ੍ਰਭੁਰ ਕੀਆ ਪਿਆਨ, ਤੇਗ ਬਹਾਦਰ ਸੀਕਰਿਆ ਕਰੀ ਨਾ ਕਬੂ ਕਿਨਹੀ ਆਨ, ਤੇਗ ਬਹਾਦਰ ਕਹਿ ਚਲਤ ਭਇਓ ਜਗਤ ਮੈਂ ਸੋਕ, ਜੈ 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 ਸੁਰ ਲੋ, ਵਾਹਿਗੁਰੂ ਹੈ ਸਭ ਜਗ ਕਰੇ, ਜੈ ਜੈ ਸੁਰ ਲੋਕ। ਇੱਥੇ ਤਾਂ ਹੈ ਕੀਤਾ, ਲੋਕਾਂ ਨੇ ਦੁੱਖ ਮਨਾਇਆ, ਫਿਰ ਦਰਗਾਹ ਜੈ ਜੈਕਾਰ ਕਰਦੀ ਹੈ। ਇਹ ਜਿਹੜੀ ਜੈ ਜੈਕਾਰ ਹੈ ਫਿਰ ਉਸ ਬੰਦੇ ਦੀ ਹੋਏਗੀ ਜਿਹੜਾ ਕਹਿੰਦਾ ਨੋ, ਮੈਂ ਤਾਂ ਕੁਰਸੀ ਨਹੀਂ ਛੱਡਣੀ,
ਜਿਹੜਾ ਬਾਪੂ ਕਹਿੰਦਾ ਨੋ ਮਰਨ ਵਾਲਾ ਹੀ ਹੈ, ਅਜੇ ਨਹੀਂ ਮੈਂ ਬੱਚੇ ਨੂੰ ਕੁਛ ਦੇਣਾ, ਅਜੇ ਵੀ ਲੋਭ ਬੜਾ ਬੜਾ ਖੜਾ ਹੈ, ਬੜਾ ਕ੍ਰੋਧ ਹੈ, ਬੜਾ ਗੁੱਸਾ ਹੈ। ਇਹਦਾ ਮਤਲਬ ਕੀ ਹੈ? ਲੋਭ ਮਰਨ ਤੱਕ ਨਹੀਂ ਗਿਆ। ਸਰੀਰ, ਅੱਖਾਂ ਕਹਿੰਦੀਆਂ ਨਹੀਂ ਅਸੀਂ ਥੱਕ ਗਏ, ਕੰਨ ਕਹਿੰਦੇ ਹੁਣ ਨਹੀਂ ਸੁਣਦੇ, ਥੱਕ ਗਏ। ਥਾਕੀ ਸੁੰਦਰ ਕਾਇਆ, ਇਹ ਵੀ ਥੱਕ ਗਈ। ਤਨ ਖੀਨਾ ਹੋ ਗਿਆ, ਕਮਜ਼ੋਰ ਹੋ ਗਿਆ, ਸਭ ਜਵਾਬ ਦੇ ਗਏ ਭਾਈ ਨਹੀਂ। ਅੱਛਾ ਤੁਸੀਂ ਦੇਖੋ, ਮਨ ਥੱਕਦਾ, ਮਨ ਥੱਕ ਗਿਆ ਨਹੀਂ, ਇਹ ਨਹੀਂ ਥੱਕਿਆ ਹੈਗਾ। ਤੇ ਫਿਰ ਜੇ ਥੱਕਿਆ ਨਹੀਂ ਹੈਗਾ, ਇਹ ਉਹੀ ਕੁਝ ਭਾਲਦਾ ਏ ਜਿਹੜਾ ਕੁਝ ਪਹਿਲਾਂ ਭਾਲਦਾ ਏ। ਇੱਕ ਸਮਾਂ ਸੀ, ਇੱਕ ਪੀਰੀਅਡ ਸੀ, ਐਨਰਜੀ ਸੀ। ਦੇਖੋ ਦੇਖੋ ਨਾ, ਤੁਸੀਂ ਕਈ ਵਾਰ ਦੇਖਿਆ ਹੋਏਗਾ, ਬੱਚਾ ਖੇਡਦਾ ਖੇਡਦਾ ਥੱਕ ਗਿਆ, ਉਹ ਸੌਂ ਗਿਆ। ਸੁੱਤਾ, ਨੀਂਦ ਪੂਰੀ ਹੋਈ, ਅੱਖ ਖੁੱਲੀ, ਕੱਪੜਾ ਪਰੇ ਮਘਾਰੇ ਮਾਰਿਆ, ਨਾਲ ਹੀ ਛਾਲ ਮਾਰੀ, ਦੌੜ ਕੇ ਜਾ ਕੇ ਖੇਡਣ ਲੱਗ ਗਿਆ। ਕਿੰਨੀ ਐਨਰਜੀ ਹੈ। ਅੱਛਾ ਦੂਜੇ ਪਾਸੇ ਦੇਖੋ, ਥੋੜ੍ਹਾ ਸਿਆਣਾ ਬਜ਼ੁਰਗ ਹੈ, ਮਾਫੀ ਚਾਹਾਂਗਾ ਕਿਉਂਕਿ ਗੱਲ ਇਸੇ ਤਰ੍ਹਾਂ ਕਲੀਅਰ ਹੋਣੀ ਹੈ। ਉਹ ਹੁਣ ਜਦੋਂ ਸਾਰੀ ਰਾਤ ਪਾਸੇ ਲੈਂਦੇ ਨੀਂਦ ਆ ਰਹੀ, ਫਿਰ ਜੇ ਅੱਖ ਖੁੱਲ੍ਹ ਗਈ, ਮਾੜੀ ਮੋਟੀ ਨੀਂਦ ਆ ਗਈ, ਫਿਰ ਉੱਠਦੇ ਆ, ਉਨੀ ਫੁਰਤੀ ਕਿੱਥੇ ਆ, ਐਨਰਜੀ ਗਈ। ਇਟ ਮੀਨਜ਼ ਸਰੀਰ ਜਿਹੜਾ ਸਾਡਾ ਪਹਿਲਾਂ ਸੀ ਉਹ ਨਹੀਂ ਰਿਹਾ, ਹਾਂ, ਪਰ ਮਨ ਉਹ ਬੱਚੇ ਵਾਲਾ ਲੋਭ ਨਹੀਂ ਹੈ, ਬੱਚੇ ਵਾਲਾ ਕ੍ਰੋਧ ਨਹੀਂ। ਬੱਚਾ ਗੁੱਸਾ ਕਿਹੜੇ ਕਰੂਗਾ? ਮੈਨੂੰ ਕੁਝ ਦਿੱਤਾ ਨਹੀਂ, ਉਹ ਗੁੱਸਾ ਕਰ ਰਿਹਾ, ਦੇ ਦਿਓ ਤੇ ਗੱਲ ਖਤਮ। ਪਰ ਬਜ਼ੁਰਗ ਦਾ ਵੱਡਾ ਪਾਇਆ ਹੋਇਆ ਗਾ, ਜਿੱਡੇ ਜਿੱਡੇ ਲੋਭ ਨੇ ਓਡੇ ਓਡੇ ਚੱਲ ਰਹੇ ਨੇ। ਹੁਣ ਬਾਣੀ ਦਾ ਫੈਸਲਾ ਲੈ ਲਓ, ਵੱਡੇ ਵੱਡੇ ਜੋ ਦੀਸੈ ਲੋਗ ਤਿਨ ਕਿਉ ਵਿਆਪੈ ਚਿੰਤਾ ਰੋ। ਵੱਡਾਪਣ ਕਿਹੜਾ ਏ? ਅੰਦਰ ਹਉਮੈ ਦਾ ਏ। ਹਉ ਨਾ ਮੁਈ, ਸਰੀਰ ਮਰਨ ਵਾਲਾ ਹੋ ਗਿਆ, ਹਉ ਨਹੀਂ ਮਰੀ। ਮੈਂ ਪਿੱਛੇ ਤੁਹਾਨੂੰ ਯਾਦ ਹੋਵੇ ਇੱਕ ਵਾਰੀ ਜ਼ਿਕਰ ਕੀਤਾ ਸੀ, ਇਹ ਹਉ ਦਾ ਰੀਜ਼ਨ ਹੈ। ਹਉ ਵਿੱਚ ਆਇਆ, ਆਸਾ ਦੀ ਵਾਰ ਦਾ 7ਵਾਂ ਛੰਤ ਹੈ। ਹਉ ਵਿੱਚ ਆਇਆ, ਹਉ ਵਿੱਚ ਗਿਆ। ਜੇ ਸਾਡੀ ਹਉ ਨਾ ਮੁਈ, ਜੇ ਸਾਡਾ ਹੰਕਾਰ ਨਾ ਮੁਇਆ, ਇਸ ਹੰਕਾਰ ਨੇ ਦੁਬਾਰੇ ਲਿਆਉਣਾ ਫਿਰ ਇੱਥੇ। ਹਉ ਵਿੱਚ ਆਇਆ, ਹਉ ਵਿੱਚ ਹੀ ਗਿਆ, ਹਉ ਵਿੱਚ ਜੰਮਿਆ, ਹਉ ਵਿੱਚ। ਸਾਹਿਬ ਕਹਿੰਦੇ ਹਉ ਨਹੀਂ ਮਰੀ। ਹੁਣ ਧਿਆਨ ਦਿਓ, ਹਉ ਤਾਂ ਮਾਰਨੀ ਸੀ, ਹੰਕਾਰ ਤਾਂ ਮਾਰਨਾ ਸੀ, ਹੰਕਾਰ ਮਰਿਆ ਨਹੀਂ। ਫਿਰ ਕੀ ਹੁੰਦਾ ਹੈ? ਫਿਰ ਬਾਬਾ ਜੀ ਕਹਿੰਦੇ ਦੌੜ ਜਿਹੜੀ ਹੁੰਦੀ ਹੈ ਨਾ, ਉਹ ਨਿਰੰਕਾਰ ਤੱਕ ਨਹੀਂ ਹੁੰਦੀ, ਸਰੀਰ ਤੱਕ ਹੁੰਦੀ। ਜਿਨ੍ਹਾਂ ਨੇ ਆਪਣੀ ਹਉ ਨੂੰ ਮਾਰ ਲਿਆ, ਅੱਜ ਦੇ ਸ਼ਬਦ ਵਿੱਚ ਇਹੀ ਅੱਗੇ ਜਾ ਕੇ, ਜਿਨ੍ਹਾਂ ਨੇ ਹੰਕਾਰ ਨੂੰ ਮਾਰ ਲਿਆ, ਪ੍ਰਵਾਨਗੀ ਉਹਨਾਂ ਦੀ ਹੈ। ਸਾਹਿਬ ਕਹਿੰਦੇ ਅੱਗੇ, ਸੂਰੇ ਸੇ ਆਗੇ ਆਖੀਐ ਦਰਗਹਿ ਪਾਵੈ ਸਾਚੀ ਮਾਣੋ। ਦਰਗਾਹ ਦੇ ਵਿੱਚ ਉਹਨੂੰ ਸੱਚੀ ਮਾਣ ਮਿਲਦਾ ਹੈ, ਬੜੀ ਵਡਿਆਈ ਮਿਲਦੀ ਹੈ। ਜਿਨ੍ਹਾਂ ਨੇ ਸੂਰੇ, ਜਿਨ੍ਹਾਂ ਨੂੰ ਆਖਿਆ, ਕੱਲ੍ਹ ਆਪਾਂ ਐਕਸਪਲੇਨ ਕਰ ਦਿੱਤਾ ਹੈ ਵੀ ਸੂਰਮੇ ਹੁੰਦੇ ਕੌਣ ਨੇ। ਸੂਰੇ ਇਹ ਨਾ ਆਖੀਏ ਜਿਹੜੇ ਹੰਕਾਰ ਵਿੱਚ ਮਰਦੇ ਨੇ। ਹੰਕਾਰ ਹੀ ਜਿਨ੍ਹਾਂ ਦਾ ਵੱਡਾ ਹੋਇਆ ਉਹ ਸੂਰਮੇ ਥੋੜ੍ਹੀ ਨੇ। ਆਪਦਾ ਹੰਕਾਰ ਹੀ ਰੱਖਿਆ ਬੜਾ ਪੱਕ ਗਿਆ। ਹੰਕਾਰ ਮਾਰਨਾ ਹੈ। ਬਾਬਾ ਜੀ ਕਹਿੰਦੇ ਇਸ ਲਹਿਜੇ ਵਿੱਚ ਹੋਏ ਨਿਮਾਣਾ ਢਹਿ ਪਵੇ, ਦਰਗਹਿ ਮਾਣ ਨਿਮਾਣਾ ਪਾਵੇ। ਹੋਏ ਨਿਮਾਣਾ ਢਹਿ ਪਵੇ। ਨਿਮਾਣਾ ਦਾ ਮਤਲਬ ਮਾਣ ਤੋਂ ਰਹਿਤ ਹੋ ਜਾਏ, ਨਿਮਾਣਾਪਨ। ਇੱਕ ਮੈਂ ਹੋਰ ਬੇਨਤੀ ਕਰਾਂ, ਜਿਹੜਾ ਨਿਮਾਣਾ ਸ਼ਬਦ ਹੈ ਨਾ, ਜਿਸ ਬੰਦੇ ਨੂੰ ਕੋਹੜ ਹੋ ਜਾਂਦਾ ਸੀ ਨਾ, ਉਹ 'ਚ ਕੋਈ ਹਉਮੈ ਨਹੀਂ ਸੀ ਰਹਿੰਦੀ। ਤਰਨ ਤਾਰਨ ਦੇ ਵਿੱਚ ਪਹਿਲਾਂ ਇਹਨਾਂ ਨਾਂ ਰੱਖਿਆ ਗਿਆ ਨਿਮਾਣਾ। ਇਹ ਸਾਰੇ ਨਿਮਾਣੇ, ਕਿਉਂਕਿ ਉੱਥੇ ਸਾਰੇ ਕੋਹੜੀ ਸੀ। ਕੋਹੜੀ ਨੂੰ ਨਿਮਾਣਾ ਕਹਿੰਦੇ ਨੇ, ਜਿਹਦੇ ਵਿੱਚ ਕੋਈ ਮਾਣ ਨਹੀਂ। ਜਿਹਦੇ ਕੀ ਮਾਣ ਕਰੇਗਾ? ਸਾਰੀ ਦੇਹੀ 'ਚੋਂ ਤਾਂ ਪਸ ਨਿਕਲ ਰਹੀ ਹੈ, ਕੋਈ ਲਵੇ ਕੋਈ ਨਹੀਂ ਆ ਰਿਹਾ, ਕੱਪੜਾ ਤਨ 'ਤੇ ਪੈ ਨਹੀਂ ਰਿਹਾ, ਖਾਣ ਵਾਸਤੇ ਕੋਈ ਚੀਜ਼ ਵਸਤੂ ਨਹੀਂ ਮਿਲ ਰਹੀ ਹੈ, ਤੁਰਨ ਫਿਰਨ ਵਾਸਤੇ ਕੋਈ ਹੈ ਨਹੀਂ, ਜ਼ਿੰਦਗੀ ਦੇ ਚਾਅ ਮੁਨਾਰੇ ਕੋਈ ਨਹੀਂ। ਫਿਰ ਮਾਣ ਕਾਹਦਾ ਕਰੂ? ਮੁੱਕ ਗਿਆ ਨਾ। ਉਹਨੂੰ ਨਿਮਾਣਾ ਕਹਿੰਦੇ ਨੇ। ਇਹ ਨਿਮਾਣਾਪਣ ਕੀ ਹੈ? ਹਉਮੈ ਮਰਨਾ ਹੀ ਨਿਮਾਣਾਪਣ ਹੈ। ਹੋਏ ਨਿਮਾਣਾ ਢਹਿ ਪਵੈ, ਦਰਗਹਿ ਮਾਣ ਨਿਮਾਣਾ ਪਾਵੇ। ਦਰਗਾਹ ਵਿੱਚ ਨਿਮਾਣੇ ਨੂੰ ਮਾਣ ਮਿਲਦਾ। ਜਿਨ੍ਹਾਂ ਨੇ ਆਪਣੀ ਹਉਮੈ ਨੂੰ ਮਾਰ ਲਿਆ ਹੈ, ਜਿਹਦਾ ਹੰਕਾਰ ਜਿਉਂਦਾ ਹੈ। ਹੰਕਾਰ ਤਾਂ ਵੱਡੀ ਸਮੱਸਿਆ। ਹੁਣ ਪੜ੍ਹੋ, ਹਉਮੈ ਨਾਵੈ
नाल विरोध है, दोए ना वसे। एक थां ते बनती नहीं, इन्हां दी आपस विच ही नहीं बनती। जिथे हौमे होएगी उत्थे नाम नहीं होना, ते जिथे नाम है उत्थे हौमे नहीं होनी। उन्होंने निमाणा कहते। हुण साहिब बाबा जी कहते दरगाह च उन्होंने माण मिलता है। दरगे माण पावै पत स्यों जावै। इज्जत मान नाल जांदा है अगों दरगाह भी, फिर दरगाह दे विच भी सत्कार मिलता है। फिर आगे दुख न लागै। हुण कोई दुख नहीं है, अगे सुख की गल हो रही है, दुख की गल नहीं, अगे सुख की गल है। फिर साहिब महाराज कहते कर एक ध्यावै तां फल पावै। हुण ये जिहड़ा फल है सूरमे का जां दरगाह दे विच माण दा, ये काहदे नाल मिलदा है? कर एक ध्यावै, एक नूं ध्यावै, दूजापन नहीं है, एक दी गल है, एक नूं ध्याउणा है, एक च जुड़ना है, वो है माण दे लई। इत्थे आके ध्यान देना। हुण मन इहदे नाल मरना है, प्रवानगी इहदे नाल होनी है। कहंदे कर एक ध्यावे तां फल पावे, जित सेविया भौ भागै। जिहदा सिमरन कीतिया अंदरों भौ मुक गया, डर मुक गया, फिर ये फल मिलता है। ये है सिमरन का फल, ये है सेवा का फल। हुण बाबा जी ध्यान दिओ, असीं तां गल कर रहे सी दरगाह की, असीं तां गल कर रहे सी मरण की, ते गल कित्थे जा रही है? शब्द दे ध्याउण दी। हुण ध्याउण दे ते मरण दे नाल संबंध की है? बस यही है, जिन्हां ने जीवत जिउंदे होए जीवन सफल किया, मरना फिर प्रवान है। ये है, ये नहीं है माफ़ी चाहांगा लाणियां पढ़ियां गया प्रवानगी हो जाएगी। नो, सतगुरु जी कहते हैं, साहिब कहते कर एक ध्यावे तां फल पावे, जित सेविया भौ भागै। उहदे अंदरों भौ डर मुक जाता है, वो सेवदा है। जित सेविया सुख पाई है, सो साहिब सदा संभालीए। जित कीता पाइए अपना, सा घाल बुरी क्यों घालीए। बंदा मूल न कीची, दे लम्मी नदर। लॉन्ग फ्यूचर तक सोचना भी मेरा की बन सकता है। हर चीज़ का है ना। देखो ना, असीं कहने जिवें कोई चोरी करने वाला होंदा भी, जो कोई इन्ना क अपराध किया फड़िया जाएगा तो फिर छड़ा देंगे। फिर कोई होर बड़ा अपराध किया, होर बड़ा अपराध किया, तो सजावां भी तो हो जी ने। वो लम्मी नज़र है, जेड़ा सो ना 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 भी अगे की होएगा, ये लम्मी नज़र ही होंदी है ना भाई। महाराज कहते जद तू पाप कमावेगा, जदों तेतों लेखा पूछा जाएगा, तेरे नाल कोई हैल्प करने वाला नहीं होगा। इसका मतलब लम्मी नज़र निहाली है ना। पाप कमावंदिया तेरा कोई न बेली राम। पाप कमावंदिया तेरा कोई न बेली राम। पाप तेरा कोई न पाप का तेरा कोई ना। ਇਹਦਾ मतलब फिर ये लम्मी नज़र है भी गुरु दसदा भी जे पाप कमाएगा लास्ट में तेरा कोई बेली नहीं होना। बेली मतलब तेरी सहायता करने वाला कोई नहीं होगा, नहीं होएगा बेली। बल्कि उल्ट लिखा है, महाराज कहते पापी को पाप प्यारा। वो तो बड़ा प्यारा लगता है। जिद्दे पाप बुरा लगन लग जाएगा उन्होंने समझ पैगी वो की है, यही सोझी है, यही समझ है भी ना ये नहीं करना, हाँ करना। यही है सफल करना की है। फिर मैं बेनती कराँगा, जन्म नूं सफल करना ही आए असी, जन्म नूं सक्सैस करने वास्ते ही आए हैं। जदों जन्म सक्सैस होवे जा ना होवे, पर तुहानूं पता भी सैशन का मुकना ही मुकना है। बच्चे स्कूलों च पढ़ते हैं ना, जदों रिजल्ट आता उदों पहला की होंदा, सैशन मुक गया। 2021 है 22 है चलता पिया, 22 ने मुक जाना।
ਹੁਣ ਜਿਹਦੇ ਰਿਜ਼ਲਟ ਆਏਗਾ, ਕੋਈ ਸਕਸੈਸ ਹੋਵੇ ਜਾਂ ਕੋਈ ਨਾ ਹੋਵੇ, ਸੈਸ਼ਨ ਮੁੱਕ ਜਾਣਾ ਹੈ। ਤੂੰ ਜੀਵਨ ਵਿੱਚ ਆਇਆ ਸੀ, ਜਨਮ ਵਿੱਚ ਆਇਆ ਸੀ, ਤੂੰ ਸਕਸੈਸ ਹੋਵੇਂ ਜਾਂ ਨਾ ਹੋਵੇਂ, ਹਾਂ ਟਾਈਮ ਮੁੱਕ ਜਾਣਾ। ਜਿਹੜਾ ਸਕਸੈਸ ਹੋ ਜਾਊਗਾ ਉਹ ਅਗਲੀ ਕਲਾਸ ਵਿੱਚ ਹੋ ਜਾਏਗਾ, ਜਿਹੜਾ ਫੇਲ ਹੋ ਜਾਏਗਾ ਉਹ ਫਿਰ ਉੱਥੇ ਹੋ ਜਾਏਗਾ, ਫਿਰ ਇੱਥੇ ਹੀ ਰਹੇਗਾ, ਫਿਰ ਵਾਪਸ ਇਸੇ ਭਰਮਣ ਵਿੱਚ ਆਏਗਾ। ਇਸੇ ਕਰਕੇ ਗੁਰੂ ਸਾਹਿਬ ਕਹਿੰਦੇ ਨੇ ਇਹ ਕੀ ਹੈ, ਲੰਮੀ ਨਜ਼ਰ ਆ ਗਈ, ਨਿਹਾਲਣਾ। ਫਿਰ ਇੱਕ ਸ਼ਬਦ ਹੋਰ ਪੜ੍ਹਾ, ਜਿਵੇਂ ਅਸੀਂ ਕਹਿੰਦੇ ਹਾਂ ਮਨ ਰਾਮ ਸਿਮਰ ਪਛਤਾਏ, ਇਹਦਾ ਮਤਲਬ ਪਛਤਾਵੇ ਤੋਂ ਡਰਾਉਂਦੇ ਨੇ। ਜਿਵੇਂ ਬੱਚੇ ਨੂੰ ਕਹੇ ਪੜ੍ਹ ਲੈ, ਨਹੀਂ ਪਛਤਾਏਗਾ। ਇਸੇ ਤਰ੍ਹਾਂ ਸਾਨੂੰ ਗੁਰੂ ਕਬੀਰ ਸਾਹਿਬ ਜੀ ਕਹਿੰਦੇ ਨਹੀਂ ਤਾਂ ਪਛਤਾਉਣਾ ਪਏਗਾ। ਉਹ ਪਛਤਾਉਣ ਦਾ ਮਤਲਬ ਜਦੋਂ ਪਤਾ ਲੱਗਾ ਨਹੀਂ ਪਛਤਾਉਣਾ ਪਏਗਾ। ਇਹ ਕੀ ਹੈ, ਲੰਮੀ ਨਜ਼ਰ, ਫਿਊਚਰ ਲਈ ਸੋਚਣਾ, ਫਿਊਚਰ ਲਈ ਅੱਗੇ ਲਈ ਸੋਚਣਾ। ਬਹੁਤੇ ਤਾਂ ਅਸੀਂ ਆਈ ਕਹੀ ਵੀ ਦਿੰਦੇ ਹਾਂ ਨਾ, ਕਹਿੰਦੇ ਜਿਵੇਂ ਕੋਈ ਗੱਲ ਨਹੀਂ ਭਾਈ ਇਹ ਇੱਥੇ ਕਰਦੇ ਨੇ, ਰੱਬ ਤਾਂ ਵੇਖਦਾ, ਕੋਈ ਗੱਲ ਨਹੀਂ ਕਰ ਲੈਣ ਤਾਂ ਲੇਖਾ ਤਾਂ ਦੇਣਾ ਹੀ ਪਊ। ਕਿੱਥੇ ਦੀ ਗੱਲ ਹੋ ਰਹੀ ਹੈ, ਕਦੋਂ ਦੇਣਾ ਪਏਗਾ? ਇਟ ਮੀਨਸ ਕੀ ਹੈ ਵੀ ਕਿਤੇ ਨਾ ਕਿਤੇ ਫਿਰ ਹਿਸਾਬ ਹੋਏਗਾ। ਬਾਣੀ ਪੜ੍ਹ ਲਓ, ਉਹ ਕਹਿੰਦੇ ਮਨ ਰਾਮ ਸਿਮਰ ਪਛਤਾਏਗਾ, ਪਾਪੀ ਜੀਅਰਾ ਲੋਭ ਕਰਤਾ ਹੈ। ਤੂੰ ਲੋਭ ਨਹੀਂ ਛੱਡਿਆ ਅਜੇ ਤੱਕ, ਆਜ ਕਾਲ ਉੱਠ ਜਾਏਗਾ। ਸਿਮਰਨ ਭਜਨ ਦਇਆ ਨਹੀਂ ਕੀਨੀ, ਇਹਦਾ ਕੁਝ ਕੀਤਾ ਹੀ ਨਹੀਂ। ਤਉ ਮੁਖ ਚੋਟਾਂ ਖਾਏ ਗਾ ਗੇ ਗੀ ਵਿਲ ਛਿਲ, ਜਿਹੜਾ ਹੁੰਦਾ ਇੰਗਲਿਸ਼ ਦੇ ਵਿੱਚ ਅਸੀਂ ਕਹਿੰਦੇ ਹਾਂ, ਇਨ ਫਿਊਚਰ ਟਾਈਮ ਲਈ ਵਰਤਿਆ ਜਾਂਦਾ ਹੈ। ਬਾਣੀ ਦਾ ਲਿਖਣ ਸ਼ੈਲੀ ਹੈ ਵੀ ਜਦੋਂ ਅਸੀਂ ਗਾ ਗੇ ਗੀ ਸ਼ਬਦ ਲੱਗ ਗਿਆ, ਇਹਦਾ ਮਤਲਬ ਆਉਣ ਵਾਲੇ ਮੈਂ ਖਾਵਾਂਗਾ ਜਾਵਾਂਗਾ। ਉਵੇਂ ਜੋ ਜਮ ਆਏ ਕੇਸ ਗਏ ਪਟ ਕੇ, ਤਾਂ ਦਿਨ ਕਛਨਾ ਵਸਾਏਗਾ। ਇਹ ਕੀ ਹੈ? ਇਸ ਕਰਕੇ ਕਹਿੰਦੇ ਉਹ ਸਿਮਰਨ ਭਜਨ ਦਇਆ ਨਹੀਂ ਕੀਨੀ, ਤਉ ਮੁਖ ਚੋਟਾ ਕਹਿ ਕਬੀਰ ਸੁਨੋ ਰੇ ਸੰਤੋ ਸਾਧ ਸੰਗਤ। ਇੱਥੇ ਆਹ ਹੈ ਲੰਮੀ ਨਜ਼ਰ ਨਿਹਾਲੀ ਹੈ, ਇਹ ਸਕਸੈਸ ਲਈ ਹੈ। ਇਸ ਲਈ ਗੁਰੂ ਵਡਿਆਉਂਦਾ ਹੈ ਸਤ ਸੰਗਤ ਨੂੰ। ਸਤ ਸੰਗਤ ਕਿਉਂ ਆਉਣਾ ਹੈ? ਇਸ ਕਰਕੇ ਕਿ ਮੈਨੂੰ ਸਮਝ ਪੈ ਜਾਵੇ ਕਿਸ ਚੀਜ਼ ਦੀ, ਵੀ ਹੰਕਾਰ ਛੱਡਣਾ ਹੈ, ਨਿਰੰਕਾਰ ਵੱਲ ਮਿਲਣਾ ਹੈ। ਆ ਪੰਕਤੀ ਪੜ੍ਹੋ, ਇਹ ਤਾਂ ਰੋਜ਼ ਹੀ ਪੜ੍ਹਦੇ ਆ ਨਾ। ਗੁਰਾ ਇੱਕ ਦੇ ਬੁਝਾਈ, ਇੱਕ ਹੁੰਦਾ ਬੁਝਣਾ, ਇੱਕ ਹੁੰਦਾ ਬੁਝਾਉਣਾ, ਸਮਝਾਉਣਾ। ਗੁਰੂ ਨੇ ਮੈਨੂੰ ਇੱਕ ਗੱਲ ਸਮਝਾਈ ਹੈ, ਇਟ ਮੀਨਸ ਸਮਝ ਪਏਗੀ ਪੱਲੇ ਨਾ, ਸਭਨਾ ਜੀਆਂ ਕਾ, ਇਹ ਗੁਰੂ ਨੇ ਸਮਝਾਈ ਹੈ। ਇਹੀ ਬੁੱਝਣਾ ਹੀ ਹੈ, ਇਸੇ ਨੂੰ ਸਮਝਣਾ ਹੈ। ਜਦੋਂ ਅਸਲ ਵਿੱਚ ਮੈਂ ਹੋ ਸਕਦਾ ਗਲਤ ਹੋਵਾਂ, ਇਸੇ ਨੂੰ ਬ੍ਰਹਮ ਗਿਆਨ ਕਹਿੰਦੇ ਨੇ। ਅੱਬ ਦਾ ਪਤਾ ਲੱਗ ਜਾਏ ਮੈਂ ਕੀ ਕਰਨ ਵਾਸਤੇ ਆਇਆ, ਕੀ ਕਰ ਰਿਹਾ ਔਰ ਕੀ ਕਰਨਾ ਚਾਹੀਦਾ ਸੀ, ਇਹ ਬੁੱਝਣਾ, ਇਹ ਸਮਝ ਪੈ ਜਾਣੀ ਵੀ ਹਾਂ ਇਸ ਵਾਸਤੇ ਆਇਆ, ਇਹਨੂੰ ਬ੍ਰਹਮ ਗਿਆਨ ਕਹਿੰਦੇ। ਸਾਹਿਬ ਗੁਰੂ ਬਾਬਾ ਜੀ ਕਹਿੰਦੇ ਭਾਈ ਜੀਵਨ ਤਾਂ ਇਸੇ ਵਾਸਤੇ ਮਿਲਿਆ ਸੀ, ਤੂੰ ਸਕਸੈਸ ਹੋਵੇਗਾ ਜਾਂ ਨਹੀਂ ਇਹਦਾ ਪਤਾ। ਕਰਮੀ ਆਪੋ ਆਪਣੀ ਇਹ ਨੇੜੇ ਕੱਦੂ, ਮਾਣ ਮਿਲੇਗਾ ਕਿ ਨਹੀਂ, ਮੁੱਖ ਉਜਲਾ ਹੋਏਗਾ ਕਿ ਨਹੀਂ। ਮੁੱਖ ਤਾਂ ਫਿਰ ਉਜਲਾ ਹੋਣਾ ਨਾ, ਜਿਨੀ ਨਾਮ। ਇਸ ਕਰਕੇ ਕਹਿੰਦੇ ਨੇ ਜਿਨ੍ਹਾਂ ਨੇ ਇਸ ਚੀਜ਼ ਲਈ ਸਾਹਿਬ ਮਹਾਰਾਜ ਕਹਿੰਦੇ ਧਿਆਇਆ ਹੈ, ਕਰ ਏਕ ਧਿਆਵੇਂ ਤਾਂ ਫਲ ਪਾਵੇ। ਫਲ ਕੀ ਆ? ਇਹ ਮਾਣ ਹੈ। ਫਲ ਕੀ ਹੈ? ਵਡਿਆਈ ਹੈ। ਫਿਰ ਮੈਂ ਬੇਨਤੀ ਕੱਲ੍ਹ ਵਾਲੀ ਕਰਦਾ ਵੀ ਆਪਾਂ ਤਾਂ ਕਿਹੜੀ ਵਡਿਆਈ ਨਹੀਂ ਚਾਹੀਦੀ ਹੁੰਦੀ ਨਾ, ਨਹੀਂ ਭਾਈ। ਜਦੋਂ ਜਾਣਾ ਹੈ ਇੱਕ ਐਡਾ ਲੰਮਾ ਸਫ਼ਰ ਕੱਢ ਕੇ, ਇਹਨਾਂ ਦੁਨੀਆ ਝੇੜੇ ਚੱਪੇ ਕਰਕੇ ਸਭ ਕੁਝ, ਤੇ ਫਿਰ ਜਾ ਕੇ ਲਾਸਟ ਵਿੱਚ ਜਾਣਾ ਹੈ, ਤੇ ਫਿਰ ਅੱਗੇ ਹੋ ਜੇ ਵੀ ਉਹ ਕਹਿਣ ਜੀ ਕੀ ਕਰਨਾ ਆ, ਮੇਰੀ ਜੀ ਬੇਨਤੀ ਹੈ, ਰਿਕੁਐਸਟ। ਉਹਨਾਂ ਕੋਲ ਰਿਕੁਐਸਟ ਉਹਦੀ ਸੁਣੀ ਕੋਈ ਨਹੀਂ, ਯੂ ਕੈਨ ਗੋ ਆਊਟ, ਤੈਨੂੰ ਐਂਟਰੀ ਵੀ ਨਹੀਂ ਕੀਤੀ, ਡਿਪੋਰਟ ਕਰ ਦਿੰਦੇ ਨੇ। ਜਦੀ ਕੌਣ ਆ ਸਕਦਾ ਇੱਥੇ? ਜਿਨੀ ਨਾਮ ਧਿਆਇਆ, ਗਏ ਗੋ ਐਂਟਰ ਹੋ ਗਏ। ਮਸਕਤ ਕਾਲ ਨਿਸ਼ਾਨੀ ਕੀ ਹੈ? ਨਾਨਕ ਤੇ ਮੁਖ ਉਜਲਾਪਣ। ਇਹ ਹੈ ਮਾਣ ਇੱਜ਼ਤ ਸਤਿਕਾਰ। ਹੁਣ ਅਸੀਂ ਤਾਂ ਘਰ ਦੀ ਗੱਲ ਕਰ ਲਓ, ਕੋਈ ਚੋਰੀ ਕਰਕੇ ਆਵੇ ਘਰ ਦੇ ਕਹਿੰਦੇ ਨੇ ਅੱਜ ਸਰੋਪਾ ਲੈ ਕੇ ਖੜੇ ਆ, ਬੋਲੋ। ਕੋਈ ਕਤਲ ਕਰਕੇ ਆਵੇ, ਸਾਰੇ ਟੱਬਰ ਕਹੇ ਵੀ ਆਓ ਵੀ ਢੋਲ ਨਾਲ ਦਾ ਸਵਾਗਤ ਕਰੀਏ। ਕਦੋਂ ਹੁੰਦਾ? ਕੋਈ ਸਕਸੈਸ ਹੋ ਕੇ ਆਵੇ,
कोई कौमांतरी खेडां खेड के आवे, नैशनल खेड के आवे, हुंदा कि नहीं सत्कार करते हैं। जित हुई है सत्कार है, वो किसी खास रीजन ਲਈ सत्कारिया जाता है। महाराज कहते से जन सोहणे वाहो वाहो करे, सोहणे लगते ਜਿਹੜੇ वाह वाह करते हैं, वाह वाह ਉਹਦੀ उपमा करते हैं। फिर की करते, तिन को प्रजा पूजण आई, लोग उन्होंने पूजा, ये पूजा की है, यही तो मान है, यही तो मान है, यही तो खट्टी है। पर जिन्नी नाम ते आया गए मुसकत काल नानक ते मुख उजले, मुख उजला है, मुख उजला हो गया है। एक सज्जन ने होर गहरे अर्थ किए ने दे, जिन्नी नाम ते आया गए मसक्कत असी कह दें मेहनत, एक मसकत, मस होंदी है शाही, कत होंदी है कैंची, कत काती, कत दुध बनता है, मस हुंदा शाही। जिहड़ा जीवन मन अंदरों विकारां नाल शाही वर्गा काला हो गया सी ना, वो नाम दे नाल की हो गया, कट्टे कत कर दित्ती। फिर की होएगा, साबण लग गई, फिर की होएगा, मुख उजला हो गया। जिहड़ी मैल सी मुख दे उत्ते वो की हो गई। हुण ध्यान दिओ, ये तो मैल असीं रोज़ ला लैंदे आ, किहड़े मुख तो धोण लगे असीं। हुणी मैं जिहड़ी गल कर रहा, मुख धोण लगे सारे ने फटाफट यही सोचा भी आ मूँह आपां साफ कर लिया, यही सी ना। ये मुख किहदा है, किहड़ा मुख है? ये मुख तो वो है भरीए हथ पैर तन दे, पानी धोते लै जाना, ये तो साफ होंदा रोज़ ही है। गर्मी हो गई 2 बारी धो लिया, 10 बारी धो लिया, साबण नाल धो लिया। हुण तो कई तरह के फेस वाश भी आ गए, उन्हें धो लिया। हुण उत्थे महाराज कहते नहीं, जे होर मलीनता हो जाए फिर दे साबुण ले धोए, पर तीजी गल भरीए मत पापां कह। हुण इत्थे तां नाम की गल हो रही, नाम ते आया। फिर की होया, जिहड़े गए ने इत्थों, गए होया तां किसी ने मूँह देखिया? डैड बॉडी का मूँह देख के आउंदे असीं सारे, डैड बॉडी का, मिट्टी का, शरीर का मूँह देख के आने। लो जी जाते बंदे का मूँह वेख लीए, अं कहने ना, ये वो मूँह नहीं हैगा जिहड़ा गया, जिन्हें ध्याया, जिहड़े जपदा सी, ओदा मूँह है। ये मुख उजला हुंदा। फिर आ जिहड़ा मूँह, आ मूँह नहीं, ये तो असीं बहुत क्लीन करके रखते हैं। मैं फिर सेई जन सोहणे, किहड़े सोहणे ने? वाहो वाहो करे। आ तो तुसीं रोज़ ही पढ़ते हो, आसा की बात सुनते हो ना, कि महाराज कहते उस परमात्मा भगत तेरे मन भामदे, क्यों पाउंदे ने? दर सोहण कीरत सोहणे लगदे। सोहणे उही ने जिन्हां दा मुख उजला है। मुख उजला किहड़ा? आ वाला नहीं, मन दा मुख है। जिहड़ा सदा मन वाल ही रहा, वो मुख मनमुख सी। जिहड़ा मन मुख गुरु वाल रहा, जिहड़ा मुख वो गुरमुख हो गया। फिर उन्हां दी गल की है, साहब कहंदे वो सफल हो गए, सक्सैस हो गए। वो मुख वालियां नूं फिर दरगाह विच की मिलती है? वडियाई। आओ अगली पंक्ति पढ़ के समाप्ति करिए। साहब महाराज कहंदे कर एक ध्यावे तां फल पावे, जित सेविया पाओ भागे। अगली पंक्ति, ऊंचा नहीं कहना मन में रहना। आ है असली गल। वो फिर उच्चा नहीं बोलते, उच्चा नहीं कहना, हंकार च नहीं बोलते। फिर वो मन में रहना, हमेशा मन दे विच रहिंदे। मन दे विच रहना, निमरता विच रहना। ऊंचा नहीं कहना, मन में रहना, आपे जाने जानो। फिर जानदा ने वो जिहड़ा बिन बोलिया अंतरजामी किहनूं कहंदे ने? जिहड़ा अंदर दी जानदा, ते अंदर दी जानदा ना, ते फिर अंदर वाली गाह जाना है, उहदा ही मुख उजला होना है। आपे जाने जानो, उसे ने जानना है, उसे ने पछाण लेना भी ਇਹਦਾ अंदर किन्ना ਕੁ खरा। बाहरला तो दुनिया भी जानती है, बाहरलियां गलतियां तो दुनिया भी देख लेगी।
ਸਾਹਿਬ ਲਾਸਟ ਪੰਕਤੀ ਵਿੱਚ ਕਹਿੰਦੇ ਉੱਚਾ ਨਹੀਂ ਕਹਿਣਾ ਮਨ ਮੇ ਰਹਿਣਾ ਆਪੇ ਜਾਣੇ ਜਾਣੋ ਮਰਨ ਮੁਨਸਾ ਸੂਰਿਆ ਹੱਕ ਹੈ ਜੋ ਹੋਏ ਮਰੇ ਪ੍ਰਵਾਣੋ। ਇੱਥੇ ਲਾਸਟ ਵਿੱਚ ਜੋ ਉੱਥੇ ਕਿਹਾ ਸੀ ਐਸਾ ਕੈਸਾ ਨਾਮ ਵਾਲਾ, ਐਸਾ ਕੈਸਾ ਪਹਿਲਾਂ ਹੀ ਪ੍ਰਵਾਨ ਕਰਨਾ, ਐਸਾ ਕੈਸਾ ਜ਼ਿੰਦਗੀ ਸਵਾਰ ਲਈ, ਐਸਾ ਕੈਸਾ ਜ਼ਿੰਦਗੀ ਗੁਰੂ ਅਨੁਸਾਰ ਬਤੀਤ ਕੀਤੀ। ਇੱਥੇ ਕਹਿੰਦੇ ਫਿਰ ਜਿਨ੍ਹਾਂ ਨੇ ਮਰਨਾ ਮੁਨਸਾ ਸੂਰਿਆ ਹੱਕ ਹੈ ਜੋ ਹੋਏ ਮਰੇ ਪ੍ਰਵਾਨ। ਅਤੇ ਜਿਹੜੇ ਮਰਨ ਤੋਂ ਬਾਅਦ ਵੀ ਪ੍ਰਵਾਨ ਹੋ ਜਾਂਦੇ ਨੇ। ਮਰਨਾ ਸਰੀਰਕ ਤਾਂ ਨਖੇੜਾ ਹੈ, ਦੂਰੀ ਹੈ, ਉਦੋਂ ਬਾਅਦ ਵੀ ਉਹ ਪ੍ਰਵਾਨ ਹੋ ਜਾਂਦੇ ਨੇ। ਉਸ ਦਰਗਾਹ ਦੇ ਵਿੱਚ ਵੀ ਉਹਨਾਂ ਨੂੰ ਮਾਣ ਮਿਲਦਾ ਹੈ ਜਿੱਥੇ ਪਰਮੇਸ਼ਰ ਦਾ ਵਾਸਾ ਹੈ। ਅਗਲੇਰਾ ਪਦਾ ਨਾਨਕ ਕਿਸਨੋਂ ਬਾਬਾ ਰੋਈਏ ਬਾਜੀ ਹੈ ਇਸ ਸੰਸਾਰੋ। ਆਹ ਕਮਾਲ ਦੀਆਂ ਗੱਲਾਂ ਨੇ, ਗਾਹਾਂ ਗਾਹਾਂ ਹੋਰ ਖੁੱਲ੍ਹਣੇ ਨੇ, ਖੁਲਾਸੇ ਹੋਣੇ ਨੇ।